Hello friends, welcome to on my YouTube channel Be Educational Winners। फ्रेंड्स आज ਅਸੀਂ बहुत ही इंपॉर्टेंट टॉपिक जो सिविक्स का इंपॉर्टेंट टॉपिक है मौलिक अधिकार है ये छेवां कॉन्स्टिट्यूशनल रैमेडीज जो है अधिकार है संविधानिक उपचारां का अधिकार किया जाता है। आर्टिकल है इसका इंपॉर्टेंट 32 ਤੇ 226। फ्रेंड्स ਅਸੀਂ प्रीवियस वीडियो ਵਿੱਚ ਸਾਰੇ ਮੌਲਿਕ ਅਧਿਕਾਰ ਬਹੁਤ ਹੀ ਡੀਪਲੀ ਜੋ ਹੈ ਡਿਸਕਸ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਹੈ ਤਾਂ ਜੋ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਲੈ ਸਕੋ। ਸੋ ਫਰੈਂड्स ਬਹੁਤ ਹੀ ਇੰਪੋਰਟੈਂਟ ਟੌਪਿਕ ਸੀਟੈਟ ਪੀਐਸਟੈਟ ਈਟੀਟੀ ਮਾਸਟਰ ਕਾਰਡ ਐਗਜ਼ਾਮ ਤੇ ਹੋਰ ਵੀ ਕੰਪੀਟੀਟਿਵ ਐਗਜ਼ਾਮ ਦੇ ਲਈ ਤੁਸੀਂ ਬਹੁਤ ਹੀ ਜੋ ਹੈ ਧਿਆਨ ਦੇ ਨਾਲ ਐਂਡ ਤੱਕ ਇਸ ਵੀਡੀਓ ਨੂੰ ਦੇਖਣਾ ਹੈ। ਜੋ ਇਸ ਦੇ ਵਿੱਚ ਕੀ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਜੋ ਹਨ ਉਹ 5 ਤਰ੍ਹਾਂ ਦੀਆਂ ਰਿਟਸ ਜਾਰੀ ਕਰ ਸਕਦੇ ਹਨ, 5 ਤਰ੍ਹਾਂ ਦੇ ਆਦੇਸ਼ ਜਾਰੀ ਕਰ ਸਕਦੇ ਹਨ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਬਹੁਤ ਹੀ ਇੰਪੋਰਟੈਂਟ ਵੇ ਨਾਲ ਡੀਪਲੀ ਵੇ ਨਾਲ ਅਸੀਂ ਸਾਰੇ ਹੀ ਫੈਕਟ ਕਰਾਂਗੇ। ਸਭ ਤੋਂ ਪਹਿਲਾਂ ਫਰੈਂड्स ਕੀ ਹੈ ਆਰਟੀਕਲ ਹੈ 32 ਤੇ 226। ਇਸ ਨੂੰ ਅਸੀਂ ਸਮਝਣਾ ਹੈ ਆਰਟੀਕਲ 32 ਵਿੱਚ ਕੀ ਹੈ ਤੇ 226 ਵਿੱਚ ਕੀ ਹੈ। 32 ਵਿੱਚ ਅਸੀਂ ਜਾਣਦੇ ਹਾਂ ਕਿ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ ਜੇਕਰ ਸਾਡੇ ਜੋ ਮੌਲਿਕ ਅਧਿਕਾਰ ਹਨ ਉਹਨਾਂ ਨੂੰ ਕੋਈ ਹਾਨੀ ਪਹੁੰਚਦੀ ਹੈ ਤਾਂ ਕੀ ਕਰ ਸਕਦਾ ਕੋਈ ਵੀ ਵਿਅਕਤੀ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਯਾਚਿਕਾ ਦਾਇਰ ਕਰ ਸਕਦਾ ਹੈ, ਅਪੀਲ ਕਰ ਸਕਦਾ ਹੈ। ਅੱਗੇ ਸੁਪਰੀਮ ਕੋਰਟ ਜੋ ਹੈ ਉਸਨੇ ਕੀ ਕਰਨਾ ਹੈ ਆਰਟੀਕਲ 32 ਦੇ ਅੰਡਰ ਹੀ ਉਹ ਕੀ ਕਰ ਸਕਦੀ ਹੈ 5 ਤਰ੍ਹਾਂ ਦੇ ਆਦੇਸ਼ ਜੋ ਹਨ ਰਿਟਸ ਜੋ ਹਨ ਉਹ 5 ਹਨ। ਤਾਂ ਪਰ ਜੋ ਹਾਈ ਕੋਰਟ ਤੇ ਜੋ ਸੁਪਰੀਮ ਕੋਰਟ ਹਨ ਉਹਨਾਂ ਦੇ ਆਰਟੀਕਲ ਜੋ ਹਨ ਉਹ ਅਲੱਗ-ਅਲੱਗ ਹਨ ਜਿਨ੍ਹਾਂ ਦੇ ਅੰਡਰ ਉਹ ਆਦੇਸ਼ ਜਾਰੀ ਕਰ ਸਕਦੀ ਹੈ। ਸੋ ਆਰਟੀਕਲ 32 ਦੇ ਵਿੱਚ ਕੀ ਹੈ ਸੁਪਰੀਮ ਕੋਰਟ, ਠੀਕ ਹੈ। ਇਸ ਦੇ ਵਿੱਚ ਜੋ ਹੈ ਸੁਪਰੀਮ ਕੋਰਟ ਜੋ ਹੈ ਉਸਨੇ ਆਦੇਸ਼ ਜਾਰੀ ਕਰ ਸਕਦੀ ਹੈ ਜੋ ਮੌਲਿਕ ਅਧਿਕਾਰਾਂ ਦੀ ਰੱਖਿਆ ਦੇ ਲਈ। ਇਸ ਦੇ ਨਾਲ ਹੀ 226 ਆਰਟੀਕਲ ਦੇ ਵਿੱਚ ਜੋ ਕੀ ਹੈ ਇਸ ਦੇ ਵਿੱਚ ਹਾਈ ਕੋਰਟ, ਠੀਕ ਹੈ। ਇਸ ਦੇ ਵਿੱਚ ਸੁਪਰੀਮ ਸਭ ਤੋਂ ਉੱਚੀ ਤੇ ਇਸ ਦੇ ਵਿੱਚ ਹਾਈ ਕੋਰਟ ਜੋ ਹੈ ਉਹ 5 ਤਰ੍ਹਾਂ ਦੇ ਹੀ ਜੋ ਆਦੇਸ਼ ਹਨ ਉਹ ਇਸ ਦੇ ਵਿੱਚ ਜੋ ਹੈ ਜਾਰੀ ਕਰ ਸਕਦੀ ਹੈ। ਇਸ ਦੇ ਨਾਲ ਹੀ ਆਪਾਂ ਕਰਾਂਗੇ ਉਹ 5 ਆਦੇਸ਼ ਕਿਹੜੇ ਹਨ। ਸੋ ਤੁਸੀਂ ਦੇਖ ਸਕਦੇ ਹੋ 5 ਜੋ ਰੇਟਸ ਹਨ ਬਹੁਤ ਹੀ ਇੰਪੋਰਟੈਂਟ ਹਨ। ਇਸ ਨੂੰ ਜੋ ਹੈ ਅਸੀਂ ਬਹੁਤ ਹੀ ਇੰਪੋਰਟੈਂਟ ਵੇ ਨਾਲ ਵਿਦ ਐਕਸਪਲੇਨੇਸ਼ਨ ਜਾਣਨਾ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲੀ ਰਿਟ ਹੈ ਜੋ ਆਦੇਸ਼ ਹੈ ਬੰਦੀ ਪ੍ਰਤੱਖੀਕਰਨ ਦੀ। ਫਰੈਂड्स ਇਸ ਨੂੰ ਜੋ ਹੈ ਬਹੁਤ ਹੀ ਇੰਪੋਰਟੈਂਟ ਵੇ ਨਾਲ ਸਮਝਣਾ ਹੈ। ਤੁਸੀਂ ਬੰਦੀ ਤੋਂ ਭਾਵ ਤੁਸੀਂ ਲਗਾ ਸਕਦੇ ਹੋ ਜਿਵੇਂ ਕੋਈ ਗ੍ਰਿਫਤਾਰ ਹੈ ਬੰਦ ਕੀਤਾ ਗਿਆ ਹੈ, ਠੀਕ ਹੈ। ਪ੍ਰਤੱਖੀਕਰਨ ਤੋਂ ਭਾਵ ਕੀ ਲਗਾ ਸਕਦੇ ਹੋ ਜਿਵੇਂ ਕੋਈ ਪੇਸ਼ ਕਰਨਾ ਹੈ। ਇਸ ਅਧਿਆਦੇਸ਼ ਦੇ ਵਿੱਚ ਆਦੇਸ਼ ਦੇ ਵਿੱਚ ਇਹੀ ਸ਼ਾਮਿਲ ਹੈ ਕਿ ਜੇਕਰ ਕੋਈ ਵੀ ਕਿਸੇ ਦੀ ਗ੍ਰਿਫਤਾਰੀ ਕੀਤੀ ਗਈ ਹੈ, ਠੀਕ ਹੈ, ਅਪਰਾਧੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਉਸ ਨੂੰ 24 ਘੰਟੇ ਦੇ ਅੰਡਰ ਜੋ ਜ਼ਿਲ੍ਹਾ ਮੈਜਿਸਟ੍ਰੇਟ ਹੈ ਉਸ ਦੇ ਸਾਹਮਣੇ ਪੇਸ਼ ਕਰਨਾ ਜੋ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ, ਇੰਪੋਰਟੈਂਟ ਹੈ ਸਭ ਤੋਂ ਪਹਿਲਾਂ, ਠੀਕ ਹੈ। ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਇਹ ਹੈ ਪਹਿਲਾ ਆਦੇਸ਼। ਇਸ ਦੇ ਨਾਲ ਹੀ ਦੂਸਰਾ ਆਦੇਸ਼ ਕੀ ਹੈ ਦੂਸਰੀ ਰਿਟ ਹੈ ਸਲਾਹ ਆਦੇਸ਼ ਜਾਂ ਪਰਮਾਦੇਸ਼। ਇਸ ਦੇ ਵਿੱਚ ਕੀ ਕਰਨਾ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੋਈ ਵੀ ਆਦੇਸ਼ ਜਾਰੀ ਕਰ ਸਕਦੀ ਹੈ, ਸਲਾਹ ਦੇ ਸਕਦੀ ਹੈ। ਕਿਸ ਨੂੰ ਦੇ ਸਕਦੀ ਹੈ ਤੁਸੀਂ ਸਮਝਣਾ ਹੈ ਜੇਕਰ ਕੋਈ ਵੀ ਜੋ ਹੈ ਸਰਕਾਰੀ ਅਧਿਕਾਰੀ ਜਾਂ ਕੋਈ ਵੀ ਅਧਿਕਾਰੀ ਜੋ ਹੈ ਆਪਣੇ ਕਰਤੱਵਾਂ ਦਾ ਪਾਲਣ ਜੋ ਹੈ ਉਹ ਸਹੀ ਤਰੀਕੇ ਨਾਲ ਨਹੀਂ ਕਰਦਾ, ਠੀਕ ਹੈ। ਜੇਕਰ ਕੋਈ ਵੀ ਅਧਿਕਾਰੀ ਆਪਣੇ ਕਰਤੱਵਾਂ ਦਾ ਪਾਲਣ ਜੋ ਹੈ ਉਹ ਸਹੀ ਤਰੀਕੇ ਨਾਲ ਨਹੀਂ ਕਰਦਾ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਜੋ ਹੈ ਉਹ ਕੀ ਕਰ ਸਕਦੀ ਹੈ ਉਹਨਾਂ ਨੂੰ ਸਲਾਹ ਦੇ ਸਕਦੀ ਹੈ ਕਿ ਉਹ ਆਪਣਾ ਕੰਮ ਧਿਆਨ ਨਾਲ ਕਰਨ ਜਾਂ ਕੋਈ ਆਦੇਸ਼ ਜੋ ਹੈ ਉਹ ਜਾਰੀ ਕਰ ਸਕਦੀ ਹੈ, ਠੀਕ ਹੈ। ਇਹ ਜੋ 2 ਰਿਟ ਹਨ ਆਦੇਸ਼ ਹਨ ਇਹਨਾਂ ਨੂੰ ਤੁਸੀਂ ਧਿਆਨ ਨਾਲ ਯਾਦ ਰੱਖਣਾ ਹੈ। ਜੋ ਤੀਸਰੀ ਹੈ ਉਹ ਹੈ ਪ੍ਰਤੀਸ਼ੇਧ ਲੇਖ, ਠੀਕ ਹੈ। ਇਹ ਵੀ ਬਹੁਤ ਜ਼ਿਆਦਾ ਜੋ ਹੈ ਇੰਪੋਰਟੈਂਟ ਹੈ। ਇਸ ਵਿੱਚ ਹੈ ਉੱਪਰਲੀਆਂ ਜੋ ਅਦਾਲਤਾਂ ਹੁੰਦੀਆਂ ਹਨ ਉੱਪਰਲੀਆਂ ਅਦਾਲਤਾਂ ਸੀਰੀ ਵਾਈਜ਼ ਜਿਵੇਂ ਚੱਲਦਾ ਹੈ ਸੁਪਰੀਮ ਕੋਰਟ ਹਾਈ ਕੋਰਟ ਉਸ ਤੋਂ ਬਾਅਦ ਜੋ ਦੂਸਰੀਆਂ ਆਉਂਦੀਆਂ ਹਨ ਡਿਸਟ੍ਰਿਕਟ ਕੋਰਟ ਆਉਂਦੀਆਂ ਹਨ, ਠੀਕ ਹੈ। ਇਸ ਤਰ੍ਹਾਂ ਜੋ ਉੱਪਰਲੀਆਂ ਅਦਾਲਤਾਂ ਹਨ ਉਹ ਹੇਠਲੀਆਂ ਅਦਾਲਤਾਂ ਨੂੰ ਆਦੇਸ਼ ਜਾਰੀ ਕਰ ਸਕਦੀਆਂ ਹਨ ਜੇਕਰ ਕੀ ਹੈ ਕੋਈ ਵੀ ਕੰਮ ਜੋ ਹੈ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਉਹ ਜੋ ਹੈ ਉਹ ਕਰ ਰਹੀਆਂ ਹਨ ਪਰ ਉਹ ਕੰਮ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਤਾਂ ਉਹ ਉਹਦੇ ਵਿੱਚ ਜੋ ਹੈ ਇੱਕ ਤਰ੍ਹਾਂ ਦਾ ਹਿੰਦੀ ਦਾ ਵਰਡ ਹੈ ਹਸਤਕਸ਼ੇਪ ਜੋ ਉਸ ਦੇ ਵਿੱਚ ਜੋ ਹੈ ਉਹ ਕੰਮ ਨੂੰ ਰੋਕ ਸਕਦੀਆਂ ਹਨ, ਠੀਕ ਹੈ। ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਜੋ ਹੈ ਉਸ ਵਿੱਚ ਰਿਟ ਲਗਾ ਕੇ ਜੋ ਹੈ ਉਹ ਅਧਿਕਾਰ ਖੇਤਰ ਹੈ ਉਹ ਖਤਮ ਕੀਤਾ ਜਾ ਸਕਦਾ ਹੈ ਜੇਕਰ ਕੋਈ ਜੋ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਧਿਕਾਰ ਖੇਤਰ ਦੇ ਵਿੱਚ ਉਹ ਕੰਮ ਲਿਆ ਜਾਂਦਾ ਹੈ। ਸੋ ਇਸ ਰਿਟ ਨੂੰ ਤੁਸੀਂ ਯਾਦ ਰੱਖਣਾ ਹੈ ਬਹੁਤ ਹੀ ਇੰਪੋਰਟੈਂਟ ਹੈ। ਜੇਕਰ ਕੋਈ ਕੰਮ ਅਧਿਕਾਰ ਖੇਤਰ ਤੋਂ ਕਿਸੇ ਦੇ ਬਾਹਰ ਚੱਲ ਰਿਹਾ ਤਾਂ ਉਸ ਨੂੰ ਜੋ ਹੈ ਉਸ 'ਤੇ ਰੋਕ ਲਗਾਈ ਜਾ ਸਕਦੀ ਹੈ। ਉਸ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਜੋ ਆਦੇਸ਼ ਜਾਰੀ ਕਰ ਸਕਦੀ ਹੈ ਰਿਟ ਹੈ ਉਹ ਹੈ ਉਤਪ੍ਰੇਸ਼ਣ ਦੀ। ਬਹੁਤ ਹੀ ਇੰਪੋਰਟੈਂਟ ਹੈ ਤੁਸੀਂ ਇਸ ਨੂੰ ਵੀ ਯਾਦ ਰੱਖਣਾ ਹੈ। ਇਸ ਵਿੱਚ ਕੀ ਹੈ ਉੱਪਰਲੀ ਅਦਾਲਤ ਨੀਵੀਂ ਜੋ ਅਦਾਲਤ ਹੁੰਦੀਆਂ ਹਨ ਨੀਵੀਆਂ, ਠੀਕ ਹੈ, ਉਸ ਨੂੰ ਆਦੇਸ਼ ਜਾਰੀ ਕਰ ਸਕਦੀ ਹੈ
ਤੇ ਜੇਕਰ ਕੋਈ ਮੁਕੱਦਮਾ ਉਹਨਾਂ ਦੇ ਬੱਸੋਂ ਬਾਹਰ ਹੋ ਚੁੱਕਾ ਹੈ, ਭਾਵ ਜਾਂ ਕਾਫੀ ਲੰਬਾ ਚੱਲ ਰਿਹਾ ਹੈ, ਜਾਂ ਉਹਨਾਂ ਤੋਂ ਉਹ ਮੁਕੱਦਮੇ ਤੇ ਕੋਈ ਵੀ ਜੋ ਹੈ ਡਿਸੀਜ਼ਨ, ਕੋਈ ਹੱਲ ਨਹੀਂ ਨਿਕਲ ਰਿਹਾ, ਤਾਂ ਉਹ ਜੋ ਕੀ ਹੋ ਸਕਦਾ ਹੈ, ਉਤਪ੍ਰੇਸ਼ਨ ਭਾਵ ਕਿ ਉਹ ਅੱਗੇ ਜਾ ਸਕਦਾ ਹੈ। ਠੀਕ ਹੈ, ਮਤਲਬ ਕਿ ਉਹ ਹੋਰ ਉੱਚੀਆਂ ਅਦਾਲਤਾਂ ਦੇ ਵਿੱਚ ਭੇਜ ਸਕਦੇ, ਜਿਵੇਂ ਸਟੈਪ ਟੂ ਸਟੈਪ ਜੋ ਮੁਕੱਦਮੇ ਅੱਗੇ ਤੋਂ ਅੱਗੇ ਅਦਾਲਤਾਂ ਵਿੱਚ ਜੋ ਪਾਸ ਆਊਟ ਹੁੰਦੇ ਰਹਿੰਦੇ ਹਨ। ਸੋ ਇਸ ਤਰ੍ਹਾਂ ਹੀ ਹੈ ਇਹ ਆਦੇਸ਼ ਕਿ ਉਤਪ੍ਰੇਸ਼ਨ ਕੀਤਾ ਜਾਣਾ ਹੈ, ਰਿਟ ਲਗਾ ਕੇ ਵੀ ਜੇਕਰ ਮੁਕੱਦਮਾ ਉਹਨਾਂ ਦੇ ਬੱਸੋਂ ਬਾਹਰ ਹੈ, ਉਹ ਬਾਰ-ਬਾਰ ਜੋ ਹੈ ਉੱਥੇ ਹੀ ਘੁੰਮਦਾ ਜਾ ਰਿਹਾ ਹੈ, ਤਾਂ ਉਸ ਨੂੰ ਕੀ ਕਰਨਾ ਹੈ, ਉੱਚ ਅਦਾਲਤ ਵਿੱਚ ਜਾਂ ਹੋਰ ਜੋ ਅਗਲੀ ਅਦਾਲਤ ਹੈ ਉਸ ਕੋਲ ਜੋ ਹੈ ਭੇਜ ਦਿੱਤਾ ਜਾਣਾ ਹੈ। ਸੋ ਨੈਕਸਟ ਰਿਟ ਕੀ ਹੈ, ਨੈਕਸਟ ਤੁਸੀਂ ਦੇਖ ਸਕਦੇ ਹੋ ਆਖਰੀ ਜੋ ਹੈ ਅਧਿਕਾਰ ਪ੍ਰੀਖਿਆ ਲੇਖ। ਹੁਣ ਤੁਸੀਂ ਇਸ ਤੋਂ ਥੋੜ੍ਹਾ ਜਿਹਾ ਅੰਦਾਜ਼ਾ ਲਗਾ ਸਕਦੇ ਹੋ, ਪ੍ਰੀਖਿਆ ਭਾਵ ਇਸ ਦੇ ਵਿੱਚ ਕੁਛ ਪਰਖਿਆ ਜਾਣਾ ਹੈ। ਠੀਕ ਹੈ, ਕੀ ਪਰਖਿਆ ਜਾਣਾ ਹੈ, ਕੋਈ ਵੀ ਜੋ ਹੈ ਕੋਰਟ ਹੋਵੇ, ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, ਕੋਈ ਵੀ ਅਹੁਦੇ ਤੇ ਜੇਕਰ ਕੋਈ ਵੀ ਵਿਅਕਤੀ ਗੈਰ ਸੰਵਿਧਾਨਿਕ ਤਰੀਕੇ ਨਾਲ ਜੋ ਹੈ ਉਹ ਅਧਿਕਾਰ ਕਰੀ ਬੈਠਾ ਹੈ, ਜਾਂ ਉਹ ਜੋ ਅਧਿਕਾਰ ਜੋ ਸਥਾਨ ਹੈ ਉਹ ਗ੍ਰਹਿਣ ਕਰ ਲੈਂਦਾ ਹੈ। ਠੀਕ ਹੈ, ਕੋਈ ਵੀ ਵਿਅਕਤੀ ਹੈ, ਠੀਕ ਹੈ, ਉਸ ਨੂੰ ਤੁਸੀਂ ਯਾਦ ਰੱਖਣਾ ਹੈ, ਅਹੁਦਾ ਸੰਭਾਲ ਲੈਂਦਾ ਹੈ ਗੈਰ ਕਾਨੂੰਨੀ, ਗੈਰ ਸੰਵਿਧਾਨਿਕ ਤਰੀਕੇ ਦੇ ਨਾਲ, ਤਾਂ ਉਸ ਨੂੰ ਜੋ ਹੈ ਉਸ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਅਗਰ ਉਹ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਉਹ ਅਹੁਦਾ ਲੈ ਬੈਠਾ ਹੈ। ਠੀਕ ਹੈ, ਤੇ ਉਸ ਦੇ ਨਾਲ ਹੀ ਉਹਨਾਂ ਨੇ ਕੀ ਕਰਨਾ ਹੈ, ਇੱਕ ਵੈਲਿਡਿਟੀ ਚੈੱਕ ਕਰਨੀ ਹੈ, ਭਰੋਸੇਯੋਗਤਾ ਚੈੱਕ ਕਰਨੀ ਹੈ ਕਿ ਉਹ ਕੀ ਜੋ ਯੋਗਤਾ ਦੇ ਆਧਾਰ ਤੇ ਉਸ ਨੂੰ ਜੋ ਹੈ ਉਹ ਜੋ ਉਸ ਨੂੰ ਸਥਾਨ ਜੋ ਮਿਲਿਆ ਗਿਆ ਸੀ, ਉਸ ਨੂੰ ਜੋ ਪਦ ਗ੍ਰਹਿਣ ਕੀਤਾ ਸੀ, ਕੀ ਉਹ ਉਸ ਦੀ ਯੋਗਤਾ ਤੇ ਵੈਲਿਡਿਟੀ ਸੀ, ਉਸ ਦੇ ਕੰਮ ਦੀ ਜੋ ਉਸ ਦੀ ਯੋਗਤਾ ਬਣੀ ਸੀ ਜਾਂ ਨਹੀਂ। ਸੋ ਇਹ ਬਹੁਤ ਹੀ ਇੰਪੋਰਟੈਂਟ ਹੈ, ਵੈਲਿਡਿਟੀ ਵੀ ਚੈੱਕ ਕੀਤੀ ਜਾਂਦੀ ਹੈ। ਸੋ ਪ੍ਰੀਖਿਆ ਤੋਂ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਕੁਛ ਚੈੱਕ ਕੀਤਾ ਜਾਂਦਾ ਹੈ, ਤੇ ਇਸ ਦੇ ਨਾਲ ਹੀ ਜੋ ਹੈ ਗੈਰ ਸੰਵਿਧਾਨਿਕ ਤਰੀਕੇ ਨਾਲ ਜੇਕਰ ਕੋਈ ਸਥਾਨ ਗ੍ਰਹਿਣ ਕਰੀ ਬੈਠਾ ਤਾਂ ਉਸ ਨੂੰ ਜੋ ਹੈ ਉਸ ਤੋਂ ਵਾਂਝਾ ਵੀ ਕੀਤਾ ਜਾ ਸਕਦਾ ਹੈ। ਸੋ ਫਰੈਂਡਸ, ਇਹ ਸਨ ਬਹੁਤ ਹੀ ਇੰਪੋਰਟੈਂਟ ਜੋ 5 ਟਾਈਪਸ ਆਫ ਰਿਟਸ ਸਨ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਜੋ ਲੱਗਦੀਆਂ ਹਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਨਾਲ ਹੀ ਹੁਣ ਅਸੀਂ ਕਰਾਂਗੇ ਜੋ ਸੰਸਦ ਦੇ ਕੋਲ ਕੀ ਪਾਵਰਸ ਹਨ, ਸੰਸਦ ਜੋ ਹੈ ਉਹ ਕੀ ਕਰ ਸਕਦੀ ਹੈ। ਬਹੁਤ ਹੀ ਇੰਪੋਰਟੈਂਟ ਆਰਟੀਕਲ ਹਨ, ਕਿਉਂਕਿ ਅਸੀਂ ਜੋ ਹੈ ਸੀਰੀ ਵਾਈਜ਼ ਆਰਟੀਕਲ ਕੀਤੇ ਹਨ, 12 ਤੋਂ ਲੈ ਕੇ ਜੋ 35 ਤੱਕ ਸਾਡੇ ਮੌਲਿਕ ਅਧਿਕਾਰ ਹਨ, 12 ਤੋਂ ਲੈ ਕੇ 32 ਤੱਕ ਅਸੀਂ ਜੋ ਹੈ ਬਹੁਤ ਹੀ ਇੰਪੋਰਟੈਂਟ ਵੇ ਨਾਲ ਡਿਸਕਸ ਕਰ ਚੁੱਕੇ ਹਾਂ। ਤੁਹਾਡੇ ਮਨ ਵਿੱਚ ਹੋਏਗਾ ਕਿ 33 34 35 ਆਰਟੀਕਲ ਦੇ ਵਿੱਚ ਕੀ ਆਉਂਦਾ ਹੈ। ਸੋ ਅਸੀਂ ਇਸ ਨੂੰ ਡਿਸਕਸ ਕਰਨਾ ਹੈ। ਇਹਨਾਂ ਆਰਟੀਕਲ ਦੇ ਵਿੱਚ ਕੀ ਹੈ, ਸੰਸਦ ਦੇ ਕੋਲ ਕੁਝ ਪਾਵਰ ਹਨ। ਠੀਕ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ, ਸੰਸਦ ਦੇ ਕੋਲ ਕੀ ਹਨ, ਕੁਝ ਪਾਵਰ। ਸੋ ਇਹ ਜਾਣਦੇ ਹਾਂ ਕਿਹੜੀਆਂ ਪਾਵਰਸ ਹਨ। ਸਭ ਤੋਂ ਪਹਿਲਾਂ ਜੋ 33ਵਾਂ ਆਰਟੀਕਲ ਹੈ, ਜੋ 33 ਹੈ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਸ ਦੇ ਵਿੱਚ ਸੰਸਦ ਨੂੰ ਅਧਿਕਾਰ ਹੈ ਕਿ ਕਿਸੇ ਖੇਤਰ ਵਿੱਚ ਸੈਨਾ, ਖੂਫੀਆ ਵਿਭਾਗ ਜਾਂ ਹਥਿਆਰਬੰਦ ਦਲ ਹਨ, ਠੀਕ ਹੈ, ਜੋ ਰੱਖਿਆ ਵਾਸਤੇ ਵੀ ਹੁੰਦੇ ਹਨ, ਜਾਂ ਕਿਸੇ ਤਰ੍ਹਾਂ ਦੇ ਵੀ ਜੋ ਏਜੰਸੀਜ਼ ਹਨ, ਠੀਕ ਹੈ, ਉਹਨਾਂ ਲਈ ਜੋ ਨਿਯਮ ਬਣੇ ਹਨ ਨਾ, ਉਹਨਾਂ ਨੂੰ ਨਿਯੰਤਰਣ ਅਧੀਨ ਰੱਖਣਾ ਹੈ। ਭਾਵ ਉਹਨਾਂ ਦਾ ਨਿਯੰਤਰਣ, ਉਹਨਾਂ ਦੀ ਦੇਖ ਰੇਖ ਜੋ ਹੈ ਉਹ ਸੰਸਦ ਨੇ ਕਰਨੀ ਹੈ। ਇਹ ਸੰਸਦ ਦਾ ਕੰਮ ਹੈ। ਠੀਕ ਹੈ, ਸੰਸਦ ਕਰ ਸਕਦੀ ਹੈ, ਸੰਸਦ ਨੂੰ ਅਧਿਕਾਰ ਹੈ ਇਹ। ਤੇ ਇਹ ਆਰਟੀਕਲ ਕੀ ਹੈ, 33। ਇਸ ਵਿੱਚ ਸੰਸਦ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਸਨੇ ਜੋ ਨਿਯੰਤਰਣ ਰੱਖਣਾ ਹੈ ਕਿਸ ਵਿੱਚ, ਜੋ ਵੀ ਏਜੰਸੀਜ਼ ਹਨ, ਸੈਨਾ ਨਾਲ ਰਿਲੇਟਡ, ਖੂਫੀਆ ਵਿਭਾਗ, ਹਥਿਆਰਬੰਦ ਦਲ, ਜੋ ਵੀ ਉਹਨਾਂ ਲਈ ਨਿਯਮ ਬਣੇ ਹਨ, ਉਹਨਾਂ ਨੂੰ ਜੋ ਹੈ ਉਸਨੇ ਦੇਖ ਰੇਖ ਕਰਨੀ ਹੈ, ਉਹਨਾਂ ਦੇ ਅਧਿਕਾਰ ਦੀ ਜੋ ਹੈ ਨਿਯੰਤਰਣ ਰੱਖਣਾ ਹੈ। ਠੀਕ ਹੈ, ਨਿਯੰਤਰਣ ਅਧੀਨ ਰੱਖਣ ਦਾ ਅਧਿਕਾਰ ਸੰਸਦ ਦੇ ਕੋਲ ਹੈ। ਇਸ ਦੇ ਨਾਲ ਹੀ ਜੋ ਆਰਟੀਕਲ ਹੈ 34, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਵਿੱਚ ਕੀ ਹੈ, ਜੇਕਰ ਜੋ ਹੈ ਮਾਰਸ਼ਲ ਲਾ ਜੋ ਲਾਗੂ ਹੋ ਜਾਂਦਾ ਹੈ ਦੇਸ਼ ਵਿੱਚ, ਠੀਕ ਹੈ, ਮਾਰਸ਼ਲ ਲਾ ਜੋ ਹੈ ਕਿਤੇ ਵੀ ਲਾਗੂ ਹੋ ਜਾਂਦਾ ਹੈ, ਤੇ ਉਸ ਖੇਤਰ ਦੇ ਮੌਲਿਕ ਅਧਿਕਾਰ ਤੇ ਸੰਸਦ ਕੀ ਕਰ ਸਕਦੀ ਹੈ, 34 ਆਰਟੀਕਲ ਦੇ ਅਧੀਨ ਸੰਸਦ ਨੂੰ ਅਧਿਕਾਰ ਹੈ ਕਿ ਉਹ ਮਾਰਸ਼ਲ ਲਾ ਲਾਗੂ ਹੋਣ ਤੇ ਮੌਲਿਕ ਅਧਿਕਾਰਾਂ ਉੱਤੇ ਪੂਰੀ ਤਰ੍ਹਾਂ ਜੋ ਹੈ ਉਹ ਰੋਕ ਲਗਾ ਸਕਦੀ ਹੈ। ਠੀਕ ਹੈ, 34 ਆਰਟੀਕਲ ਵਿੱਚ ਤੁਸੀਂ ਦੇਖ ਸਕਦੇ ਹੋ ਮਾਰਸ਼ਲ ਲਾ ਲਾਗੂ ਹੋਣ ਤੇ ਉਸ ਖੇਤਰ ਦੇ ਮੌਲਿਕ ਅਧਿਕਾਰ ਜੋ ਹੈ ਨਾ ਉਹ ਖੋਏ ਜਾ ਸਕਦੇ ਹਨ। ਠੀਕ ਹੈ, ਇਸ ਦੇ ਨਾਲ ਹੀ ਜੋ 35ਵਾਂ ਹੈ ਆਰਟੀਕਲ, ਠੀਕ ਹੈ, 35ਵੇਂ ਆਰਟੀਕਲ ਦੇ ਵਿੱਚ ਕੀ ਹੈ, ਸੰਸਦ ਜੋ ਹੈ ਉਸ ਕੋਲ ਜੋ ਹੈ ਪੂਰੀ ਸ਼ਕਤੀ ਹੈ ਕਿ ਉਹ ਮੌਲਿਕ ਅਧਿਕਾਰਾਂ ਸੰਬੰਧੀ ਕੋਈ ਵੀ ਜੋ ਹੈ ਉਹ ਕਾਨੂੰਨ ਬਣਾ ਸਕਦੀ ਹੈ। ਕੋਈ ਵੀ ਕਾਨੂੰਨ ਜੋ ਹੈ ਜੇਕਰ ਮੌਲਿਕ ਅਧਿਕਾਰਾਂ ਸੰਬੰਧੀ ਬਣਾਉਣਾ ਹੋਵੇ ਤਾਂ ਆਰਟੀਕਲ 35 ਦੇ ਵਿੱਚ ਸੰਸਦ ਨੂੰ ਜੋ ਹੈ ਉਹ ਅਧਿਕਾਰ ਹੈ ਕਿ ਉਹ ਜੋ ਕਾਨੂੰਨ ਹੈ ਉਹ ਬਣਾ ਸਕਦੀ ਹੈ। ਸੋ ਇਹ 3 ਆਰਟੀਕਲ ਜੋ ਰਹਿੰਦੇ ਸਨ ਉਸ ਦੇ ਵਿੱਚ ਸੰਸਦ ਕੀ ਕੁਝ ਕਰ ਸਕਦੀ ਹੈ, ਸੰਸਦ ਨੂੰ ਅਧਿਕਾਰ ਦਿੱਤੇ ਗਏ ਹਨ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਪੇਪਰ ਦੇ ਵਿੱਚ ਜੇਕਰ ਡੀਪਲੀ ਕੁਐਸਚਨ ਪੁੱਛ ਲਏ ਜਾਣ ਤਾਂ ਬਹੁਤ ਹੀ ਇੰਪੋਰਟੈਂਟ ਜੋ ਇਹ ਫੈਕਟ ਤੁਹਾਡੇ ਲਈ ਹੋਣਗੇ, ਕਿਉਂਕਿ ਇਸ ਦੇ ਵਿੱਚੋਂ ਕੁਐਸਚਨ ਜੋ ਹੈ ਉਹ ਬਣ ਸਕਦਾ ਹੈ। ਬਹੁਤ ਹੀ ਇੰਪੋਰਟੈਂਟ ਵੇ ਨਾਲ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ
ਇਸ ਦੇ ਨਾਲ ਹੀ ਫਰੈਂਡਸ ਇੱਕ ਆਰਟੀਕਲ ਹੈ 352, ਬਹੁਤ ਹੀ ਇੰਪੋਰਟੈਂਟ ਹੈ। ਇਸ ਵਿੱਚੋਂ ਕੁਐਸਚਨ ਜੋ ਹਨ ਪੇਪਰ ਵਿੱਚ ਦੇਖਣ ਨੂੰ ਮਿਲਦੇ ਹਨ। ਅਸੀਂ ਇਸ ਨੂੰ ਡਿਸਕਸ ਕਰਦੇ ਹਾਂ, ਬਹੁਤ ਹੀ ਇੰਪੋਰਟੈਂਟ ਵੇ ਨਾਲ ਜਾਣਦੇ ਹਾਂ ਆਰਟੀਕਲ 352 ਕੀ ਹੈ। ਸੋ ਆਰਟੀਕਲ 52 ਤੁਸੀਂ ਦੇਖ ਸਕਦੇ ਹੋ, ਇਸ ਦੇ ਵਿੱਚ ਕੀ ਹੁੰਦਾ ਹੈ, ਰਾਸ਼ਟਰੀ ਆਪਾਤਕਾਲ ਦਾ ਜੋ ਹੈ ਇਹ ਆਰਟੀਕਲ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਰਾਸ਼ਟਰੀ ਆਪਾਤਕਾਲ। ਰਾਸ਼ਟਰੀ ਆਪਾਤਕਾਲ ਲਗਾਇਆ ਜਾ ਸਕਦਾ ਹੈ। ਹੁਣ ਤੁਸੀਂ ਜੋ ਹੈ ਇਸ ਨੂੰ ਵੀ ਜੋ ਹੈ ਬਹੁਤ ਹੀ ਇੰਪੋਰਟੈਂਟ ਵੇ ਨਾਲ ਜਾਣਨਾ ਹੈ। ਰਾਸ਼ਟਰੀ ਆਪਾਤਕਾਲ ਜੋ ਹੈ ਆਰਟੀਕਲ ਜੇਕਰ ਪੇਪਰ ਵਿੱਚ ਪੁੱਛ ਲਿਆ ਜਾਵੇ 352 ਵਿੱਚ ਲਾਗੂ ਹੁੰਦਾ ਹੈ। ਠੀਕ ਹੈ, ਇਸ ਦੇ ਅੱਗਿਓਂ ਜੋ ਹੈ 20 ਤੇ 21 ਜੋ ਹਨ ਅਨੁਛੇਦ ਜਿਹੜੇ ਆਪਾਂ ਕੀ ਕੀਤੇ ਸਨ, ਇਸ ਦੇ ਵਿੱਚ ਮੌਲਿਕ ਅਧਿਕਾਰ ਕੀਤੇ ਸਨ। ਜੇਕਰ ਰਾਸ਼ਟਰੀ ਆਪਾਤਕਾਲ ਲੱਗਦਾ ਹੈ ਤਾਂ ਇਹ ਜੋ 20ਵੇਂ ਨੰਬਰ 'ਤੇ ਅਤੇ ਜੋ 21 ਨੰਬਰ 'ਤੇ ਜੋ ਮੌਲਿਕ ਅਧਿਕਾਰ ਹੁੰਦੇ ਹਨ ਉਹਨਾਂ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਪੇਪਰ ਵਿੱਚ ਜੇਕਰ ਪੁੱਛ ਲਿਆ ਜਾਵੇ ਰਾਸ਼ਟਰੀ ਆਪਾਤਕਾਲ ਦੌਰਾਨ ਕਿਹੜੇ ਅਧਿਕਾਰਾਂ ਨੂੰ ਜੋ ਹੈ ਉਹ 'ਤੇ ਰੋਕ ਨਹੀਂ ਲਗਾਈ ਜਾ ਸਕਦੀ ਜਾਂ ਉਹਨੂੰ ਭੰਗ ਨਹੀਂ ਕੀਤਾ ਜਾ ਸਕਦਾ, ਤਾਂ ਉਹ ਹੈ ਆਰਟੀਕਲ 20 ਤੇ 21। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਹ ਆਰਟੀਕਲ ਜੋ ਹਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ। ਇਹਨਾਂ ਨੂੰ ਜੋ ਹੈ ਰਾਸ਼ਟਰੀ ਆਪਾਤਕਾਲ ਦੌਰਾਨ ਜੋ ਹੈ ਭੰਗ ਜੋ ਵਾਪਸ ਹੈ ਉਹ ਨਹੀਂ ਲਿਆ ਜਾ ਸਕਦਾ, ਰੋਕ ਨਹੀਂ ਲਗਾਈ ਜਾ ਸਕਦੀ। ਸੋ ਬਹੁਤ ਹੀ ਇੰਪੋਰਟੈਂਟ ਫੈਕਟ ਸੀ। ਪੇਪਰ ਵਿੱਚ ਇਸ ਤਰ੍ਹਾਂ ਇਸ ਨਾਲ ਰਿਲੇਟਡ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਸੀਂ ਬਹੁਤ ਹੀ ਇੰਪੋਰਟੈਂਟ ਕਰਾਂਗੇ ਕਿ ਭਾਰਤੀ ਨਾਗਰਿਕਾਂ ਨੂੰ ਜੋ ਹੈ ਉਹ ਪ੍ਰਾਪਤ ਅਧਿਕਾਰ ਜੋ ਹਨ ਕਿਹੜੇ ਹਨ। ਸਿਰਫ ਜੋ ਨਾਗਰਿਕ ਜੋ ਹਨ ਭਾਰਤ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਪ੍ਰਾਪਤ ਹਨ। ਵਿਦੇਸ਼ੀ ਵੀ ਹੁੰਦੇ ਹਨ, ਵਿਦੇਸ਼ੀਆਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹਨ। ਅਤੇ ਕਿਹੜੇ ਉਹ ਅਧਿਕਾਰ ਹਨ ਜਿਹੜੇ ਭਾਰਤੀਆਂ ਨੂੰ ਵੀ ਮਿਲੇ ਹਨ ਅਤੇ ਵਿਦੇਸ਼ੀਆਂ ਨੂੰ ਵੀ ਮਿਲੇ ਹਨ, ਕਿਉਂਕਿ ਪੇਪਰ ਦੇ ਵਿੱਚ ਜੋ ਹੈ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿਸੇ ਤਰ੍ਹਾਂ ਵੀ ਕਿ ਕਿਹੜਾ ਅਧਿਕਾਰ ਵਿਦੇਸ਼ੀਆਂ ਨੂੰ ਹੇਠ ਲਿਖੇ ਆਪਸ਼ਨ ਦੇ ਵਿੱਚੋਂ ਜੋ ਹੈ ਪ੍ਰਾਪਤ ਨਹੀਂ ਹੈ। ਸੋ ਅਸੀਂ ਜੇਕਰ ਸਾਰੇ ਹੀ ਫੈਕਟ ਨੂੰ ਜੋ ਹੈ ਡੀਪਲੀ ਵੇ ਨਾਲ ਕੀਤਾ ਹੋਏਗਾ ਤੇ ਅਸੀਂ ਜੋ ਹੈ ਪੇਪਰ ਵਿੱਚ ਜੋ ਹੈ ਕਿਸੇ ਵੀ ਕੁਐਸਚਨ ਦੇ ਵਿੱਚ ਕਨਫਿਊਜ਼ ਨਹੀਂ ਹੋਵਾਂਗੇ। ਸੋ ਫਰੈਂਡਸ, ਜੇਕਰ ਤੁਹਾਨੂੰ ਮੇਰੀ ਵੀਡੀਓ ਜੋ ਹੈ ਉਹ ਵਧੀਆ ਲੱਗਦੀ ਹੋਏਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਅਸੀਂ ਹੁਣ ਜੋ ਕਰ ਰਹੇ ਹਾਂ ਟੌਪਿਕ ਉਹ ਹੈ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਅਧਿਕਾਰ। ਸੋ ਭਾਰਤੀ ਨਾਗਰਿਕਾਂ ਨੂੰ ਕਿਹੜੇ ਅਧਿਕਾਰ ਪ੍ਰਾਪਤ ਹਨ, ਤੁਸੀਂ ਬਹੁਤ ਹੀ ਈਜ਼ੀ ਵੇ ਦੇ ਨਾਲ ਇਸ ਨੂੰ ਜੋ ਹੈ ਪਾਰਟ ਵਾਈਜ਼ ਜੋ ਹੈ ਡਿਵਾਈਡ ਕਰਕੇ ਇਸ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ। ਤੁਸੀਂ ਦੇਖ ਸਕਦੇ ਹੋ ਜੋ ਸਿਰਫ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਅਧਿਕਾਰ ਹਨ, ਵਿਦੇਸ਼ੀਆਂ ਨੂੰ ਮਨਾਹੀ ਹੈ। ਉਹ ਆਰਟੀਕਲ ਉਹ ਅਧਿਕਾਰ ਕਿਹੜੇ ਹਨ? ਸਭ ਤੋਂ ਪਹਿਲਾ ਹੈ ਆਰਟੀਕਲ ਜੋ ਹੈ ਉਹ ਹੈ 15 ਆਰਟੀਕਲ ਤੁਸੀਂ ਯਾਦ ਰੱਖਣਾ ਹੈ। 15 ਆਰਟੀਕਲ ਜੋ ਹੈ ਸਿਰਫ ਭਾਰਤੀ ਨਾਗਰਿਕਾਂ ਨੂੰ ਜੋ 15ਵਾਂ ਆਰਟੀਕਲ ਦਾ ਜੋ ਅਧਿਕਾਰ ਦਿੱਤਾ ਗਿਆ ਹੈ। ਔਰ ਇਹ ਅਧਿਕਾਰ ਕਿਹੜਾ ਹੈ, ਅਸੀਂ ਜੋ ਪ੍ਰੀਵੀਅਸ ਵੀਡੀਓ ਵਿੱਚ ਕੀਤਾ ਸੀ ਕਿ 14 ਤੋਂ ਲੈ ਕੇ 18 ਤੱਕ ਸਾਡੇ ਕੀ ਹਨ। ਸਭ ਤੋਂ ਪਹਿਲਾਂ ਸਾਡੇ ਵਿੱਚ ਕੀ ਆਉਂਦੀ ਹੈ, ਅਧਿਕਾਰਾਂ ਦੇ ਵਿੱਚ ਸਮਾਨਤਾ। ਸੋ 15 ਆਰਟੀਕਲ ਜੋ ਹੈ ਉਹ ਸਿਰਫ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਹੈ ਅਤੇ ਇਸ ਨੂੰ ਤੁਸੀਂ ਜੋ ਹੈ ਯਾਦ ਰੱਖਣਾ ਹੈ। ਸਮਾਨਤਾ ਦਾ ਅਧਿਕਾਰ, ਇੱਕ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਇਸ ਦੇ ਨਾਲ ਜੋ 16 ਤੇ 19 ਜੋ ਆਰਟੀਕਲ ਹੈ ਇਹ ਅੰਡਰ ਕਿਸ ਦੇ ਆਉਂਦੇ ਹਨ, ਸੁਤੰਤਰਤਾ ਦੇ। ਠੀਕ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ, ਸੁਤੰਤਰਤਾ ਦੇ ਅੰਡਰ ਜੋ ਹੈ ਇਹ ਆਉਂਦਾ ਹੈ। ਠੀਕ ਹੈ, ਸਮਾਨਤਾ ਦੇ ਵਿੱਚੋਂ ਤੁਸੀਂ ਯਾਦ ਰੱਖਣਾ ਹੈ 15ਵਾਂ ਆਰਟੀਕਲ ਸਿਰਫ ਭਾਰਤੀਆਂ ਨੂੰ ਪ੍ਰਾਪਤ ਹੈ। ਇਸ ਦੇ ਨਾਲ ਹੀ 16 ਤੇ 19। ਠੀਕ ਹੈ, ਤੁਸੀਂ ਇਸ ਤਰ੍ਹਾਂ ਇਸ ਨੂੰ ਯਾਦ ਰੱਖਣਾ ਹੈ ਜਾਂ ਇਸ ਨੂੰ ਪੇਅਰ ਵਾਈਜ਼ ਵੀ ਰੱਖ ਸਕਦੇ ਹੋ। 15 ਤੇ 16, ਉਸ ਤੋਂ ਬਾਅਦ ਜੋ ਹੈ 19 ਤੇ 19 ਨੂੰ ਤੁਸੀਂ ਅਲੱਗ ਰੱਖ ਸਕਦੇ ਹੋ ਸੁਤੰਤਰਤਾ ਦੇ ਨਾਲ ਰਿਲੇਟਡ, ਅਤੇ 19 ਤੋਂ ਬਾਅਦ 29 ਤੇ 30 ਇਸ ਨੂੰ ਤੁਸੀਂ ਇਕੱਠੇ ਯਾਦ ਰੱਖ ਸਕਦੇ ਹੋ। ਸੋ ਜੋ ਸਮਾਨਤਾ ਦਾ ਹੋ ਗਿਆ 15ਵਾਂ ਆਰਟੀਕਲ ਜੋ ਸਿਰਫ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਹੈ। ਉਸ ਤੋਂ ਬਾਅਦ 16 ਤੇ ਜੋ 19 ਆਰਟੀਕਲ ਹੈ ਉਹ ਸੁਤੰਤਰਤਾ ਦਾ ਹੋ ਜਾਂਦਾ ਹੈ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਫਰੈਂਡਸ ਜੋ 29 ਤੇ 30 ਹੈ ਇਹ ਹੈ ਅਲਪ ਸੰਖਿਅਕਾਂ ਨੂੰ ਜੋ ਪ੍ਰਾਪਤ ਹਨ। ਅਲਪ ਸੰਖਿਅਕਾਂ ਨਾਲ ਰਿਲੇਟਡ ਜੋ ਹਨ ਅਧਿਕਾਰ ਹਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਇਸ ਨੂੰ ਤੁਸੀਂ 3 ਭਾਗਾਂ ਵਿੱਚ ਇਸ ਤਰ੍ਹਾਂ ਵੰਡ ਕੇ ਜੋ ਹੈ ਯਾਦ ਰੱਖ ਸਕਦੇ ਹੋ ਕਿ ਸਿਰਫ ਭਾਰਤੀ ਨਾਗਰਿਕਾਂ ਨੂੰ ਕਿਹੜੇ ਪ੍ਰਾਪਤ ਮੌਲਿਕ ਅਧਿਕਾਰ ਹਨ ਜੋ ਵਿਦੇਸ਼ੀ ਨਾਗਰਿਕਾਂ ਨੂੰ ਨਹੀਂ ਦਿੱਤੇ ਜਾਂਦੇ ਹਨ। ਸੋ ਇਸ ਨੂੰ ਹੋਰ ਵੀ ਜੋ ਹੈ ਈਜ਼ੀ ਵੇ ਨਾਲ ਜੇਕਰ ਤੁਸੀਂ ਯਾਦ ਰੱਖਣਾ ਹੈ ਤਾਂ ਮੈਂ ਸਿੰਪਲ ਵੇ ਨਾਲ ਤੁਹਾਨੂੰ ਜੋ ਹੈ ਇੱਕ ਟ੍ਰਿਕ ਦੇ ਨਾਲ ਕਰਵਾ ਸਕਦੀ ਹਾਂ। 15 ਆਰਟੀਕਲ ਤੁਸੀਂ 15 ਤੇ 16 ਤੁਸੀਂ ਜੋ ਹੈ ਇਸ ਨੂੰ ਇੱਕ ਕੈਟਾਗਰੀ ਦੇ ਵਿੱਚ ਪਾ ਦੇਣਾ ਹੈ। ਉਹ ਕੀ ਹੈ, ਸਾਡੀ ਜੋ ਹੈ ਸਮਾਨਤਾ ਦੇ ਵਿੱਚ। ਠੀਕ ਹੈ, ਇਸ ਨੂੰ ਤੁਸੀਂ ਐਸ ਦਾ ਨਾਮ ਦੇ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਇਸ ਨੂੰ ਸਮਾਨਤਾ ਦੇ ਆਰਟੀਕਲ ਵੀ ਯਾਦ ਰੱਖਣੇ ਹਨ, ਕੀ ਹਨ, 14 ਤੋਂ 18। ਠੀਕ ਹੈ, ਇਹ ਹੋ ਗਿਆ। ਉਸ ਤੋਂ ਬਾਅਦ ਨਾਲ ਹੀ ਤੁਹਾਡਾ ਦੂਸਰਾ ਕੈਟਾਗਰੀ ਤੁਸੀਂ ਵੰਡ ਸਕਦੇ ਹੋ ਸਿਰਫ ਆਰਟੀਕਲ 19 ਨੂੰ। ਆਰਟੀਕਲ 19 ਕਿਸ ਦਾ ਹੈ, ਇਹ ਹੈ ਸੁਤੰਤਰਤਾ ਦਾ। ਠੀਕ ਹੈ, ਤੁਸੀਂ ਇਸ ਨੂੰ ਜੋ ਹੈ ਸੁਤੰਤਰਤਾ ਦਾ ਆਰਟੀਕਲ ਯਾਦ ਰੱਖਣਾ ਹੈ। ਉਸ ਤੋਂ ਬਾਅਦ ਥਰਡ ਕੈਟਾਗਰੀ ਜੋ ਹੈ ਉਹ ਅਲਪ ਸੰਖਿਅਕ ਦੀ ਹੈ। ਉਹ ਤੁਹਾਨੂੰ ਪਤਾ ਹੀ ਹੈ 29 ਤੋਂ 30 ਆਰਟੀਕਲ ਕਿਹੜੇ ਹਨ, ਅਲਪ ਸੰਖਿਅਕਾਂ ਦੇ ਅਧਿਕਾਰਾਂ ਦੇ ਨਾਲ ਰਿਲੇਟਡ ਹਨ।
ਸੋ ਤੁਸੀਂ ਮਾइंड ਵਿੱਚ ਰੱਖਣਾ ਹੈ ਸਮਾਨਤਾ ਦਾ ਰਿਲੇਟਡ ਜੋ ਹੈ 15 ਤੇ 16 ਆਰਟੀਕਲ, ਸੁਤੰਤਰਤਾ ਦਾ ਇੱਕ ਜੋ ਹੈ 19 ਆਰਟੀਕਲ ਤੇ ਅਲਪਸੰਖਿਅਕਾਂ ਦਾ ਜਿਹੜਾ 29 ਤੇ 30 ਆਰਟੀਕਲ ਹੈ। ਇਹ ਜੋ ਹੈ ਸਿਰਫ ਇਹ ਅਧਿਕਾਰ ਜੋ ਹਨ ਭਾਰਤੀ ਨਾਗਰਿਕਾਂ ਨੂੰ ਹਨ, ਵਿਦੇਸ਼ੀ ਨਾਗਰਿਕਾਂ ਨੂੰ ਇਹ ਅਧਿਕਾਰ ਨਹੀਂ ਹਨ। ਇਸ ਦੇ ਨਾਲ ਹੀ ਫਰੈਂਡਸ ਬਹੁਤ ਹੀ ਇੰਪੋਰਟੈਂਟ ਕੁਐਸਚਨ ਇਹ ਪੁੱਛ ਲਏ ਜਾਂਦੇ ਹਨ, ਵਿਦੇਸ਼ੀ ਜੋ ਨਾਗਰਿਕ ਹਨ ਤੇ ਜੋ ਭਾਰਤੀ ਹਨ ਇਹਨਾਂ ਨੂੰ ਜੋ ਹੈ ਦੋਨਾਂ ਨੂੰ ਹੀ ਕਿਹੜੇ ਅਧਿਕਾਰ ਪ੍ਰਾਪਤ ਜੋ ਸੰਵਿਧਾਨ ਵੱਲੋਂ ਦਿੱਤੇ ਗਏ ਹਨ, ਕਿਹੜੇ ਅਧਿਕਾਰ ਇਹਨਾਂ ਨੂੰ ਪ੍ਰਾਪਤ ਹਨ। ਸੋ ਇਸ ਦੇ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੋ 14 ਆਰਟੀਕਲ ਜੋ ਸਾਡੇ ਉੱਧਰੋਂ ਬਚਦੇ ਹਨ ਸਮਾਨਤਾ ਸੁਤੰਤਰਤਾ ਦੇ ਵਿੱਚੋਂ, ਉਹ ਇਸ ਵਿੱਚ ਐਡ ਹੋ ਜਾਂਦੇ ਹਨ, ਭਾਰਤੀਆਂ ਨੂੰ ਤੇ ਵਿਦੇਸ਼ੀਆਂ ਦੋਨਾਂ ਨੂੰ ਪ੍ਰਾਪਤ ਹਨ। 14 ਆਰਟੀਕਲ ਜੋ ਹੈ ਸਮਾਨਤਾ ਨਾਲ ਰਿਲੇਟਡ ਹੈ। ਇਸ ਦੇ ਨਾਲ ਹੀ 20, 21 ਔਰ 21A ਇਹ ਸਾਰੇ ਜੋ ਤਿੰਨੇ ਆਰਟੀਕਲ ਹਨ ਇਹ ਸੁਤੰਤਰਤਾ ਦੇ ਵਿੱਚ ਆ ਜਾਂਦੇ ਹਨ। ਇਹ 14 ਜੋ ਹੈ ਉਹ ਸਮਾਨਤਾ ਦੇ ਵਿੱਚ ਆ ਜਾਂਦਾ ਹੈ। ਜੋ 23, 24 ਹੈ ਉਹ ਸ਼ੋਸ਼ਣ ਦੇ ਵਿਰੁੱਧ ਹੈ, ਠੀਕ ਹੈ। ਤੇ 25 ਤੋਂ ਲੈ ਕੇ 28 ਤੱਕ ਹੈ ਇਹ ਹੈ ਧਾਰਮਿਕ ਸੁਤੰਤਰਤਾ ਦਾ। ਸੋ ਇਹ ਵਾਲੇ ਜੋ ਅਧਿਕਾਰ ਹਨ ਇਹ ਭਾਰਤੀਆਂ ਨੂੰ ਵੀ ਮਿਲੇ ਹਨ ਤੇ ਜੋ ਵਿਦੇਸ਼ੀਆਂ ਨੂੰ ਵੀ ਮਿਲੇ ਹਨ। ਸੋ ਇਸ ਤਰ੍ਹਾਂ ਜੋ ਹੈ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਇਹ ਸਾਰੇ ਫੈਕਟ ਨੂੰ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਹਨ। ਪੇਪਰ ਦੇ ਵਿੱਚ ਇਸ ਵਿੱਚੋਂ 1 ਜਾਂ 2 ਕੁਐਸਚਨ ਇਸ ਤਰ੍ਹਾਂ ਜੋ ਹੈ ਸਿਰਫ ਭਾਰਤੀਆਂ ਤੇ ਵਿਦੇਸ਼ੀਆਂ ਦੇ ਅਧਿਕਾਰਾਂ ਤੇ ਵੀ ਜੋ ਹੈ ਉਹ ਬਣਾਇਆ ਜੋ ਹੈ ਜਾ ਸਕਦਾ ਹੈ। ਸੋ ਫਰੈਂਡਸ ਅਸੀਂ ਜੋ ਵੀ ਹੈ ਮੌਲਿਕ ਅਧਿਕਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਜੋ ਫੈਕਟ ਕੀਤੇ ਹਨ ਉਸ ਨੂੰ ਇੱਕ ਜੋ ਹੈ ਵਧੀਆ ਵੇ ਨਾਲ ਕੁਐਸਚਨ ਦੇ ਨਾਲ ਰਿਵਾਈਜ਼ ਕਰ ਸਕਦੇ ਹਾਂ। ਪੇਪਰ ਵਿੱਚ ਕਿਸ ਤਰ੍ਹਾਂ ਇਹਨਾਂ ਦੇ ਵਿੱਚੋਂ ਕੁਐਸਚਨ ਆ ਸਕਦੇ ਹਨ। ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਜੋ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਮੌਲਿਕ ਅਧਿਕਾਰ ਜੋ ਹਨ ਉਹ ਕਿਹੜੇ ਹਨ ਤੇ ਕਿਹੜੇ ਭਾਗ ਦੇ ਵਿੱਚ ਦਰਜ ਹਨ। ਸੋ ਮੌਲਿਕ ਅਧਿਕਾਰ ਜੋ ਹਨ ਉਹ 6 ਸਾਡੇ ਮੌਲਿਕ ਅਧਿਕਾਰ ਹਨ, ਠੀਕ ਹੈ, ਤੁਸੀਂ ਯਾਦ ਰੱਖਣਾ ਹੈ। ਤੇ ਭਾਗ ਸੰਵਿਧਾਨ ਦੇ ਕਿੰਨਵੇਂ ਵਿੱਚ ਹਨ? ਤੀਸਰੇ ਭਾਗ ਦੇ ਵਿੱਚ ਦਰਜ ਹਨ। ਇਸ ਤਰ੍ਹਾਂ ਤੁਸੀਂ ਜੋ ਹੈ ਸਾਰੇ ਹੀ ਫੈਕਟ ਕਲੀਅਰ ਕਰ ਸਕਦੇ ਹੋ। ਰਿਵੀਜ਼ਨ ਵੀ ਜੋ ਹੈ ਤੁਹਾਡੀ ਜੋ ਆਸਾਨੀ ਵੇ ਨਾਲ ਹੋ ਜਾਏਗੀ। ਇਸ ਦੇ ਨਾਲ ਹੀ ਜੋ ਪੁੱਛਿਆ ਜਾ ਸਕਦਾ ਹੈ ਕਿੰਨੇ ਜੋ ਹਨ ਅਧਿਕਾਰ ਹਨ, ਤਾਂ ਤੁਸੀਂ ਦੇਖ ਸਕਦੇ ਹੋ 6 ਅਧਿਕਾਰ ਹਨ। ਜੇਕਰ ਇਹਨਾਂ ਦਾ ਅਨੁਛੇਦ ਪੁੱਛ ਲਿਆ ਜਾਵੇ ਤਾਂ 12 ਤੋਂ ਜੋ ਹੈ 35 ਜੋ ਹੈ ਆਰਟੀਕਲ ਅਨੁਛੇਦ ਦੇ ਅੰਡਰ ਜੋ ਇਹ ਅਧਿਕਾਰ ਆਉਂਦੇ ਹਨ। ਅਧਿਕਾਰਾਂ ਦੀ ਗਿਣਤੀ ਜੋ ਹੈ 6, ਠੀਕ ਹੈ, ਤੁਸੀਂ ਇਹ ਵੀ ਜੋ ਹੈ ਯਾਦ ਰੱਖਣਾ ਹੈ ਸਾਰੇ ਹੀ ਫੈਕਟ। ਇਸ ਦੇ ਨਾਲ ਬਹੁਤ ਇੰਪੋਰਟੈਂਟ ਵੈਰੀ ਇੰਪੋਰਟੈਂਟ ਫੈਕਟ ਪੁੱਛ ਲਿਆ ਜਾਂਦਾ ਹੈ ਕਿਸ ਸੋਧ ਦੁਆਰਾ ਜੋ ਹੈ ਸੰਪत्ति ਦਾ ਅਧਿਕਾਰ ਜੋ ਹੈ ਉਹ ਹਟਾ ਦਿੱਤਾ ਗਿਆ ਹੈ। ਸੋ ਤੁਸੀਂ ਯਾਦ ਰੱਖਣਾ ਹੈ ਫਰੈਂਡਸ ਜੋ ਸੰਪत्ति ਦਾ ਅਧਿਕਾਰ ਹੈ, ਜੋ ਸੰਪत्ति ਦਾ ਅਧਿਕਾਰ ਹੈ ਉਹ ਹੈ 44ਵੀਂ ਸੋਧ, ਠੀਕ ਹੈ, 44ਵੀਂ ਸੋਧ। ਤੇ ਪੇਪਰ ਵਿੱਚ ਇਸ ਤਰ੍ਹਾਂ ਵੀ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ ਕਿ 44ਵੀਂ ਸੋਧ ਕਿਸ ਨਾਲ ਰਿਲੇਟਡ ਹੈ, ਤਾਂ ਇਹ ਹੈ ਸੰਪत्ति ਦੇ ਅਧਿਕਾਰ ਦੇ ਨਾਲ। ਇਸ ਨੂੰ ਮੌਲਿਕ ਅਧਿਕਾਰਾਂ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਬਣਾਇਆ ਗਿਆ ਸੀ। ਇਸ ਦਾ ਟਾਈਮ ਸੀ 1978 ਈਸਵੀ ਦਾ, ਠੀਕ ਹੈ। ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਬਹੁਤ ਹੀ ਜ਼ਿਆਦਾ ਜੋ ਹੈ ਵੈਰੀ ਇੰਪੋਰਟੈਂਟ ਜੋ ਹੈ ਇਹ ਕੁਐਸਚਨ ਹੈ। ਇਸ ਦੇ ਨਾਲ ਹੀ ਨੈਕਸਟ ਕੁਐਸਚਨ ਪੁੱਛਿਆ ਜਾ ਸਕਦਾ ਹੈ ਮੌਲਿਕ ਅਧਿਕਾਰਾਂ ਵਿੱਚੋਂ ਸਮਾਨਤਾ ਦੇ ਅਧਿਕਾਰ ਦਾ ਅਨੁਛੇਦ ਜੋ ਹੈ ਉਹ ਕਿੰਨਾ ਹੈ। ਇਸ ਤਰ੍ਹਾਂ ਵੀ ਹੈ ਜੋ ਪੁੱਛਿਆ ਜਾ ਸਕਦਾ ਹੈ ਸਮਾਨਤਾ ਕਿਸ ਆਰਟੀਕਲ ਤੋਂ ਕਿੰਨੇ ਤੱਕ ਆਉਂਦੀ ਹੈ। ਸੋ ਅਸੀਂ ਕੀਤਾ ਸੀ ਕਿ ਇਹ 14 ਤੋਂ ਲੈ ਕੇ ਜੋ ਹੈ ਉਹ ਜੋ 18 ਤੱਕ ਜੋ ਸੀ ਇਸ ਦਾ ਆਰਟੀਕਲ ਕੀਤਾ ਸੀ ਸਮਾਨਤਾ ਜੋ ਹੈ ਆਉਂਦੀ ਹੈ, ਜਾਂ 16 ਤੋਂ 18 ਦਾ ਆਰਟੀਕਲ ਕਿਸ ਜੋ ਹੈ ਅਧਿਕਾਰ ਵਿੱਚ ਆਉਂਦਾ ਹੈ। ਥੱਲੇ ਆਪਸ਼ਨ ਦਿੱਤੇ ਜਾ ਸਕਦੇ ਹਨ ਸਮਾਨਤਾ, ਸੁਤੰਤਰਤਾ ਜਾਂ ਕੋਈ ਵੀ। ਤੁਸੀਂ ਇਸ ਤਰ੍ਹਾਂ ਜੋ ਹੈ ਕਨਫਿਊਜ਼ ਨਹੀਂ ਹੋਣਾ, ਸਾਰੇ ਆਰਟੀਕਲ ਨੂੰ ਹੈ ਵਧੀਆ ਵੇ ਦੇ ਨਾਲ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਛੂਆ-ਛੂਤ ਨਾਲ ਰਿਲੇਟਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਪੁੱਛ ਲਿਆ ਜਾਂਦਾ ਹੈ। ਇਸ ਦਾ ਆਰਟੀਕਲ ਵੀ ਤੁਸੀਂ ਯਾਦ ਰੱਖਣਾ ਹੈ। 17 ਆਰਟੀਕਲ ਦੇ ਵਿੱਚ ਜੋ ਹੈ ਜੋ ਅਨਟੱਚੇਬਿਲਿਟੀ ਛੂਆ-ਛੂਤ ਦਾ ਹੈ ਜੋ ਜ਼ਿਕਰ ਕੀਤਾ ਗਿਆ ਹੈ, ਛੂਆ-ਛੂਤ ਦੀ ਮਨਾਹੀ ਕੀਤੀ ਗਈ ਹੈ। ਇਸ ਦੇ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੋ ਕੁਐਸਚਨ ਹੈ ਧਾਰਾ ਜੇਕਰ 352 ਲਾਗੂ ਹੋ ਜਾਂਦੀ ਹੈ, ਠੀਕ ਹੈ, ਤਾਂ ਕਿਹੜੇ ਅਧਿਕਾਰ ਜੋ ਹਨ ਉਹ ਖਤਮ ਨਹੀਂ ਕੀਤੇ ਜਾ ਸਕਦੇ ਹਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੋ ਹੈ ਇਹ ਕੁਐਸਚਨ ਹੈ, ਪੁੱਛ ਲਿਆ ਜਾਂਦਾ ਹੈ ਕਿ ਜੇਕਰ ਧਾਰਾ 352 ਲਾਗੂ ਹੋ ਜਾਵੇ ਤਾਂ ਕਿਹੜੇ ਅਧਿਕਾਰ ਜੋ ਹਨ ਉਹ ਖਤਮ ਨਹੀਂ ਕੀਤੇ ਜਾ ਸਕਦੇ। ਸੋ ਇਹ ਜੋ ਹਨ ਉਹ ਹਨ 20 ਤੇ 21, ਤੁਸੀਂ ਯਾਦ ਰੱਖਣੇ ਹਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੋ ਹਨ। 20 ਤੇ 21 ਜੋ ਆਰਟੀਕਲ ਦੇ ਅੰਡਰ ਅਧਿਕਾਰ ਆਉਂਦੇ ਹਨ ਉਹ ਖਤਮ ਨਹੀਂ ਕੀਤੇ ਜਾ ਸਕਦੇ। ਜੋ 21 ਫਰੈਂਡਸ ਆਰਟੀਕਲ ਹੈ ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਵੀ ਯਾਦ ਰੱਖਣਾ ਹੈ। ਤੇ 22 ਜੋ 20 ਆਰਟੀਕਲ ਹੈ ਇਸ ਨੂੰ ਵੀ ਯਾਦ ਰੱਖਣਾ ਹੈ। ਪੇਪਰ ਵਿੱਚ ਜੋ ਹੈ ਤੁਹਾਨੂੰ ਕੁਛ ਵੀ ਪੁੱਛਿਆ ਜਾ ਸਕਦਾ ਹੈ। ਇਸ ਦੇ ਨਾਲ ਜੋ ਰਾਈਟ ਟੂ ਲਾਈਫ ਹੈ 21 ਆਰਟੀਕਲ ਦੇ ਵਿੱਚ ਕੀ ਹੈ? ਜੀਵਨ ਦਾ ਅਧਿਕਾਰ, ਰਾਈਟ ਟੂ ਲਾਈਫ। ਤੇ 20 ਦੇ ਵਿੱਚ ਕੀ ਹੈ ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਜੋ ਹੈ ਉਹ ਜੋ ਹੈ ਕਿਸੇ ਵੀ ਸਮੇਂ ਜੋ ਹੈ ਕੋਈ ਹੋਰ ਬਦਲੀ ਕਾਨੂੰਨ ਕਰਕੇ ਉਸ ਨੂੰ ਜੋ ਹੈ ਸਜ਼ਾ ਉਹਦੀ ਘੱਟ ਵੱਧ ਨਹੀਂ ਕੀਤੀ ਜਾ ਸਕਦੀ। ਉਸ 'ਤੇ ਕੋਈ ਵੀ ਜੋ ਹੈ ਅਜਿਹਾ ਰੂਲ ਲਾਗੂ ਨਹੀਂ ਹੁੰਦਾ ਜੋ ਕਿ ਉਸ ਸਮੇਂ ਜਿਸ ਸਮੇਂ ਉਸਨੇ ਅਪਰਾਧ ਕੀਤਾ ਹੈ ਉਸ ਸਮੇਂ ਤੋਂ ਬਾਅਦ ਵਿੱਚ ਜੋ ਹੈ ਉਹ ਲਾਗੂ ਹੋਇਆ ਹੋਵੇ, ਠੀਕ ਹੈ। ਇਸ ਤਰ੍ਹਾਂ ਦਾ ਜੋ ਹੈ 20 ਤੇ 21 ਆਰਟੀਕਲ ਜੋ ਹਨ ਇੰਪੋਰਟੈਂਟ ਹਨ, ਤੁਸੀਂ ਰਿਵਾਈਜ਼ ਕਰ ਸਕਦੇ ਹੋ।
फ्रेंड्स जो नैक्सट क्वेश्चन तुहानूं पुछया जा सकता है वो है सुतंत्रता संबंधी अधिकारां दा जो क्रम पुछया जा सकता है। सुतंत्रता दे जो अधिकार हैं उन्हां दा आर्टिकल क्रम पुछया जा सकता है। तुसीं उसनूं याद रखना है 19 तो जो है 22। ठीक है, इस तरह सारे ही फैक्ट तुसीं याद रखने हैं। अल्पसंख्यकां दे हितां दी राखी लई किहड़ा आर्टिकल बनिया है, तो असीं इसनूं भी याद रखना है 29 तो 30। इस तरह जो है साडे आंसर जो हैं ऑप्शन दे विचों निकलते चले आउणगे जेकर ये क्वेश्चन जो हैं पेपर दे विच तुहानूं पुछे जांदे हन। सो नैक्सट तुसीं देख सकते हो क्वेश्चन पुछया जा सकता है 14 साल तो जिहड़े घੱਟ बच्चों के जो शोषण के मामलों की जो हितां की रखिया हुंदी है वो किस आर्टिकल के अंडर हुंदी है। जेकर तुहानूं इस तरह पुछ लिया जाए जो 14 तो घੱਟ साल के बच्चे आ वो जेकर उन्हों का शोषण हो रहा तो उन्होंने हितां की राखी किहड़ा आर्टिकल करता है। ठीक है, सो तुसीं इसनूं भी याद रखना है जो 24 आर्टिकल है 24 आर्टिकल है वो जो है इन्हां दे हितां की रखिया करता है। सो बहुत ही ज़्यादा इंपॉर्टेंट जो है ये सारे ही क्वेश्चन हैं तुसीं याद रखने हैं। जो लास्ट बहुत ही इंपॉर्टेंट बचते हैं आपां पहला भी डिस्कस कर चुके हैं संविधान की दिल ते जो आत्मा किसनूं कहा जाता है। सो जो असीं अज दा जो साडा टॉपिक सी संविधानिक उपचारां दा अधिकार इस अधिकार नूं ही जो है आर्टिकल 32 के अंडर आउंदा है जो संविधान का जो दिल ते आत्मा जो कहा जाता है। डॉक्टर BR अंबेडकर पुछ लिया जाए उन्होंने किहनूं कहा था, उन्होंने भी इस जो अधिकार है इसनूं ही संविधान का दिल ते आत्मा मन्निया है। इस दे नाल ही किहड़ा अधिकार विदेशियों नूं प्राप्त नहीं है। इस तरह तुहानूं जो है ये जो क्वेश्चन किस तरह पाया जा सकता है ऑप्शन पूछे जा सकते हैं। तुहानूं ऑप्शन पाए जा सकते हैं 14 16 18 या 20 इन्हां विचों आर्टिकल किहड़ा है जिसका जो है जो कि विदेशियों नूं प्राप्त नहीं है। सो इस तरह पूछा जा सकता है। सो तुसीं जेकर इस वीडियो नूं ध्यान नाल देखिया होएगा तुहानूं याद होएगा जो 16 आर्टिकल सी वो सिर्फ भारतीयों नूं प्राप्त सी अधिकार वो विदेशियों नूं प्राप्त नहीं सी। सो ये सारे फ्रेंड्स इंपॉर्टेंट क्वेश्चन जिस दे नाल तुहाडी सारी ही जो मौलिक अधिकार हैं इस दे नाल रिलेटेड जो जेकर इन्हां नूं हानि पहुँचती है इन्हां लई जो है सुप्रीम कोर्ट हाई कोर्ट किहड़ियां रिट्स जारी कर सकते हैं। सो किहड़े किहड़े जो वे दे नाल जो है संविधानिक जो साडे मौलिक अधिकार हैं उन्हां दी रखिया हो सकती है। संसद नूं किहड़े अधिकार दिते गए हैं। ठीक है, 33 34 35 आर्टिकल के अंडर असीं सारे ही इंपॉर्टेंट फैक्ट जो हैं वो कर चुके हैं। सो फ्रेंड्स आई होप तुहानूं ये वीडियो जो है वो वधिया लगी होएगी। सो फ्रेंड्स मैनूं कमेंट बॉक्स में जरूर दसना है, लाइक शेयर वीडियो नूं जरूर करते रहना है ताकि जो है होर भी ज़्यादा मोटिवेशन जो है होर भी ज़्यादा वधिया टॉपिक्स दे नाल जो है नॉलेज नूं शेयर किया जा सके। सो थैंक यू फॉर वॉचिंग माई वीडियो फ्रेंड्स, थैंक यू।